ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਹਿਰਾਸ ਸਾਹਿਬ ਦੇ ਵਿੱਚ ਪਾਵਨ ਸ਼ਬਦ ਸਰਵਣ ਕਰ ਰਹੇ ਹਾਂ। ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸ਼ਾਮ ਨੂੰ ਪੜ੍ਹੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਨੇ ਰਹਿਰਾਸ ਦੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ। ਸੋ ਇਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨੇ ਰਹਿਰਾਸ ਸੰਪੂਰਨ ਰੂਪ ਵਿੱਚ ਲਿਖੀ ਅਤੇ ਅੱਗੇ ਸੰਗਤਾਂ ਵਿੱਚ ਪ੍ਰਚਲਿਤ ਹੋਈ। ਸੋ ਇਸ ਤਰ੍ਹਾਂ ਲੈ ਕਰਕੇ ਰਹਿਰਾਸ ਦੇ ਪਾਠ ਵਿੱਚ ਬੇਨਤੀਆਂ ਦੇ ਸ਼ਬਦ ਮਹਾਰਾਜ ਨੇ ਪਾਏ ਤੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਰਾਗ ਆਸਾ। ਆਸਾ ਰਾਗ ਦੇ ਵਿੱਚ ਸੋਦਰ ਵੀ ਆਸਾ ਵਿੱਚ ਹੈ। ਆਸਾ ਦੀ ਵਾਰ ਸਵੇਰੇ ਗਾਇਆ ਜਾਂਦਾ ਸੋਦਰ ਭਾਵ ਆਸਾ ਰਾਗ ਸਵੇਰੇ ਪੜ੍ਹਿਆ ਜਾਂਦਾ ਜਪਜੀ ਸਾਹਿਬ ਦੇ ਵਿੱਚ। ਸ਼ਾਮ ਨੂੰ ਸੋਦਰ ਰਾਗ ਦੇ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ ਅਤੇ ਸਵੇਰੇ ਆਸਾ ਦੀ ਵਾਰ ਦੇ ਵਿੱਚ ਆਸਾ ਰਾਗ ਦਾ ਗਾਇਨ ਹੁੰਦਾ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੋ ਦਰ, ਕਿ ਸੋ ਦਰ ਜੋ ਅਕਾਲ ਪੁਰਖ ਦਾ ਉਹ ਦਰ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੋ ਪੁਰਖ, ਉਹ ਪੁਰਖ ਜੋ ਅਕਾਲ ਪੁਰਖ ਹੈ ਉਹ ਕੈਸਾ ਹੈ। ਸੋ ਇਸ ਤਰ੍ਹਾਂ ਇਹ ਸ਼ਬਦ 348 ਅੰਗ ਤੇ ਆਸਾ ਰਾਗ ਵਿੱਚ ਦੁਬਾਰਾ ਵੀ ਮਹਾਰਾਜ ਨੇ ਉਚਾਰਿਆ ਹੈ। ਪਹਿਲਾਂ ਰਹਿਰਾਸ ਦੇ ਵਿੱਚ 10 ਅੰਗ ਦੇ ਉੱਤੇ ਰਹਿਰਾਸ ਦੇ ਰੂਪ ਵਿੱਚ ਹੈ। ਇੱਥੇ ਉਚਾਰਨ ਕੀਤਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਅਤੇ ਆਸਾ ਰਾਗ ਦੇ ਵਿੱਚ ਆਸਾ ਮਹੱਲਾ ਚੌਥਾ ਹੀ ਇਕੱਲਾ ਲਿਖਿਆ ਹੈ। ਰਹਿਰਾਸ ਵਿੱਚ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ, ਪਰ ਆਸਾ ਰਾਗ ਦੇ ਵਿੱਚ ਨਹੀਂ ਲਿਖਿਆ। ਰਹਿਰਾਸ ਵਿੱਚ ਲਿਖਿਆ ਤੂੰ ਘਟ ਘਟ ਅੰਤਰ, ਤੂੰ ਮੁਕਤਾ ਹੈ ਭਾਵ ਟਿੱਪੀ ਤੋਂ ਬਿਨਾਂ ਬਲੈਂਕੜੇ ਲੱਗੇ ਹੋਏ ਨੇ। ਇੱਥੇ ਹੈ ਤੂੰ ਰਾਗ ਦੇ ਵਿੱਚ ਉੱਤੇ ਟਿੱਪੀ ਲਾ ਕੇ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਇਹ ਰਹਿਰਾਸ ਵਿੱਚ ਆਉਂਦਾ। ਆਸਾ ਰਾਗ ਵਿੱਚ ਆਉਂਦਾ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ। ਉੱਥੇ ਪਾਠ ਅੰਤਰ ਹੈ ਕਿਉਂਕਿ ਸਹਿਜ ਪਾਠ ਅਖੰਡ ਪਾਠ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜੀਓ ਲਿਖਿਆ ਹੋਇਆ ਇੱਥੇ। 3 ਟੂਟੀ ਜਮ ਕੀ ਫਾਸੀ ਰਹਿਰਾਸ ਵਿੱਚ ਆਉਂਦਾ ਤੱਤੇ ਨਾਲ ਟੂਟੀ। ਜਦੋਂ ਰਾਗ ਆਸਾ ਵਿੱਚ ਇਹ ਸ਼ਬਦ ਪੜ੍ਹਨਾ ਉੱਥੇ ਆਵੇਗਾ 3 ਟੂਟੀ ਜਮ ਕੀ ਫਾਸੀ। ਉੱਥੇ ਟੈਂਕੇ ਨਾਲ ਹੈ, ਇੱਥੇ ਤੱਤੇ ਨਾਲ ਹੈ। ਰਹਿਰਾਸ ਵਿੱਚ ਪਾਠ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਇਸੇ ਤਰ੍ਹਾਂ ਆਸਾ ਰਾਗ ਵਿੱਚ ਆਉਣਾ ਹੈ ਜਿਨ ਨਿਰਭਉ ਜਿਨ, ਫਿਰ ਹਲੰਤ ਹੈ ਥੱਲੇ ਨੰਨੇ ਦੇ। ਪਹਿਲਾਂ ਵੀ ਉੱਪਰ ਹਲੰਤ ਆਈ, ਧਿਆਨ ਰੱਖਣਾ। ਨੰਨੇ ਦੇ ਥੱਲੇ ਛੋਟਾ ਜਿਹਾ ਇਸ਼ਾਰਾ ਕੀਤਾ ਭਾਰਾ ਬੋਲਣ ਲਈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ। ਫਿਰ ਅੱਗੇ ਰਹਿਰਾਸ ਵਿੱਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀ। ਹੁਣ ਇਸੇ ਤਰ੍ਹਾਂ ਹੀ ਆਸਾ ਰਾਗ ਵਿੱਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀਓ। ਦੋਨਾਂ ਨੰਨਿਆਂ ਥੱਲੇ ਹਲੰਤ। ਸੇ ਧੰਨ ਜਿਨ ਹਰ ਧਿਆਇਆ ਜੀ ਰਹਿਰਾਸ ਵਿੱਚ ਹੈ ਅਤੇ ਆਸਾ ਰਾਗ ਦੇ ਵਿੱਚ ਹੈ ਸੇ ਧੰਨ ਜਿਨ ਹਰ ਧਿਆਇਆ ਜੀਓ। ਜੀਓ ਅੱਖਰ ਪਾਇਆ
4 ਵਾਰੀ ਜੀਉ ਆਇਆ। ਭਰੇ ਬੇਅੰਤ ਬੇਅੰਤਾ, ਬੱਬੇ ਸਿਹਾਰੀ ਲਾ ਕੇ ਬੇਅੰਤ, ਅਗਲੇ ਬੱਬੇ ਨੂੰ ਲਾ ਕੇ ਬੇਅੰਤਾ। ਅਤੇ ਆਸਾ ਰਾਗ ਵਿੱਚ ਜਦੋਂ ਸ਼ਬਦ ਉਚਾਰਿਆ ਮਹਾਰਾਜ ਨੇ ਤਾਂ ਭਰੇ ਬੇਅੰਤਾ ਬੇਅੰਤਾ, ਬੇਅੰਤ ਬੇਅੰਤਾ, ਦੋਵੇਂ ਲਾਵਾਂ ਲਾਈਆਂ ਇੱਕ ਇੱਕ, ਭਰੇ ਬੇਅੰਤ ਬੇਅੰਤਾ। ਇਸ ਤਰ੍ਹਾਂ ਇਹਨਾਂ ਪਾਠਾਂ ਦਾ ਪਾਠ ਕਰਦਿਆਂ ਹੋਇਆਂ ਸਹਿਜ ਪਾਠ ਵੇਲੇ ਧਿਆਨ ਰੱਖਣਾ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੱਪੇ ਦੇ ਰਹਿਤ ਪੈਰ ਵਿੱਚ ਰਾਰਾ ਹੋਣ ਕਰਕੇ ਪ੍ਰਸਾਦ, ਵੈਸੇ ਇਸ ਤਰ੍ਹਾਂ ਬਣਦਾ। ਜੇ ਕਹੀਏ ਪ੍ਰਸਾਦ ਫਿਰ ਹੁੰਦਾ ਪਰਾਇਆ ਸਵਾਦ। ਪੱਪੇ ਦਾ ਰਾਰਾ ਪੂਰਾ ਬੋਲ ਕੇ ਜੇ ਦੇਸੀ ਜੀ ਬੋਲੀ ਬੋਲੀਏ ਪ੍ਰਸਾਦ। ਇੱਕ ਹੁੰਦਾ ਪ੍ਰਸ਼ਾਦ, ਉਹ ਹੁੰਦਾ ਛਕਣ ਵਾਲਾ। ਇਹ ਹੈ ਕਿਰਪਾ ਪ੍ਰਸਾਦ, ਤੱਦੇ ਸਿਹਾਰੀ ਵੀ ਹੈ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਚੌਥੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਇਹ। ਸੋ ਪੁਰਖ ਜੋ ਹੈ ਛੰਦ ਦੀ ਚਾਲ ਹੈ। ਇਸ ਚੀਜ਼ ਦਾ ਜ਼ਿਆਦਾਤਰ ਪਾਠੀ ਸਿੰਘਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਛੰਦ ਹੁੰਦੇ ਨੇ, ਛੰਦ ਦੇ ਵਿੱਚ ਕਿਸ ਪ੍ਰਕਾਰ ਦੀ ਚਾਲ ਹੈ। 6 ਪੌੜੀਆਂ ਦਾ ਵੀ ਹੁੰਦਾ ਹੈ, 8 ਦਾ ਵੀ ਹੁੰਦਾ ਛੰਦ। ਇਹ ਛੰਦ ਦੀ ਚਾਲ। ਸੋ ਦਾ ਭਾਵ ਹੈ ਉਹ ਉਸ ਅਕਾਲ ਪੁਰਖ ਦਾ ਜਸ ਕਥਨ ਕਰਦੇ ਹਨ ਮਹਾਰਾਜ। ਸੋ ਪੁਰਖ ਤੋਂ ਭਾਵ ਉਹ ਪਰਮਾਤਮਾ ਸਾਰੇ ਪੂਰਨ ਹੈ। ਸੋ ਪੁਰਖ ਆਪ ਵੀ ਸੱਚੇ ਪਾਤਸ਼ਾਹ ਹੁਣ ਬਚਨ ਕਰਦੇ ਨੇ। ਕਿਵੇਂ? ਪ੍ਰਾਰੰਭ ਸੋ ਪੁਰਖ ਤੋਂ ਹੀ ਕੀਤਾ ਹੈ ਸ਼ਬਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਸੋ ਇਸ ਪੰਕਤੀ 'ਚ ਮਹਾਰਾਜ ਨੇ ਸੋ ਪਦ ਇੱਕੋ ਹੀ ਹੈ, ਕਿਉਂਕਿ ਦੋਹਾਂ ਦਾ ਅਧਿਹਾਰ ਕਰਕੇ 3 ਸੋ ਪਦ ਇਸ ਤਰੀਕੇ ਨਾਲ ਕਰਨਾ। ਸੋ ਉਹ ਜੋ ਅਕਾਲ ਪੁਰਖ ਹੈ, ਇੱਕ ਦਾ ਵਾਚਕ ਵੀ ਹੈ। ਇਸ ਕਰਕੇ ਪੰਕਤੀ 'ਚ ਪੁਰਖ ਪਦ ਜਿਹੜੇ ਨੇ ਉਹ 2 ਵਾਰੀ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਇਸ ਤਰੀਕੇ ਨਾਲ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਕਥਨ ਕੀਤੀ। ਇਸ ਪੰਕਤੀ 'ਚ ਨਿਰੰਜਨ ਪਦ ਵੀ 2 ਵਾਰ ਆਇਆ, ਫਿਰ ਹਰ ਪਦ ਵੀ 2 ਵਾਰ ਆਇਆ ਹੈ। ਇਸ ਤਰੀਕੇ ਨਾਲ ਦੇਖਣਾ ਕਿੰਨੀ ਵਾਰੀ ਪੁਰਖ ਆਇਆ। ਨਿਰੰਜਨ 2 ਵਾਰੀ, ਪੁਰਖ 2 ਵਾਰੀ, ਔਰ ਹਰ ਅੱਖਰ ਵੀ 2 ਵਾਰੀ, ਅਗਮਾ ਅਗਮ 2 ਵਾਰੀ, ਪਾਰਾਵਾਰ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ। ਸੋ ਇਸ ਤਰ੍ਹਾਂ 3-3 ਪਦ ਜੋੜ ਕੇ ਇਸ ਰੀਤੀ ਨਾਲ ਅਰਥ ਕਰਨਾ। ਜਦੋਂ 2 ਵਾਰ ਲਿਖਿਆ ਹੋਵੇ ਤਾਂ 3 ਵਾਰ ਅਵਸ਼ ਹੋ ਜਾਂਦਾ। ਸੋ ਪੁਰਖ ਅਕਾਲ ਪੁਰਖ ਹਰੀ ਪੁਰਖ ਜੋ ਹੈ ਨਿਰੰਜਨ, ਥੋੜਾ ਜਿਹਾ ਕੱਸ ਕੇ ਬੋਲਣਾ ਨਿਰੰਜਨ। ਉਹ ਪਿੱਛੇ ਵੀ ਅਗੰਮ ਗਮਤਾ ਤੋਂ ਰਹਿਤ ਪਿੱਛੇ ਵੀ ਸੀ, ਉਹ ਹੁਣ ਵੀ ਹੈ, ਉਹ ਅੱਗੇ ਨੂੰ ਵੀ ਹੋਵੇਗਾ। ਪਾਰਾਵਾਰ ਤੋਂ ਰਹਿਤ ਪਰਮਾਤਮਾ। ਇਹਦੇ ਵਿੱਚ ਕੋਈ ਸ਼ੰਕਾ ਕਰੇ ਜੇ ਵਿਦਵਾਨ, ਸਧਾਰਨ ਬੰਦਾ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਕਰਦਾ। ਵਿਦਵਾਨ ਵੀ ਇੰਨਾ ਡੂੰਘਾ ਕਿ ਜਿਹੜੇ ਬਹੁਤੇ ਜ਼ਿਆਦਾ ਗੂੜ ਗਿਆਨ ਵਾਲੇ, ਵਿਆਕਰਨ ਆਦਿਕ ਤੋਂ ਵੀ ਗਾਹਾਂ, ਜਿਵੇਂ ਕੋਈ ਪੰਡਿਤ ਲੋਕ ਬਹੁਤ ਜ਼ਿਆਦਾ ਗਿਆਨਵਾਨ ਇਸ ਪਾਸੇ ਹੁੰਦੇ ਨੇ, ਉਹ ਕਹਿਣਗੇ ਇਹਦੇ 'ਚ ਅਤੀ ਵਿਆਪਤੀ ਤੇ ਗੌਰਵਤਾ ਆਦਿਕ ਦੋਸ਼ ਪ੍ਰਤੀਤ ਹੁੰਦੇ ਨੇ। ਵੀ ਸੋ ਪੁਰਖ ਨਿਰੰਜਨ ਇਤਨਾ ਹੀ ਰਹਿਣ ਦਿੰਦੇ, ਹਰ ਪੁਰਖ ਨਿਰੰਜਨ ਕਿਉਂ ਲਿਖਿਆ? ਹੁਣ ਕਹਿੰਦੇ ਵੀ ਜੇ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਤਾਂ ਨਿਰੰਜਨ ਪੁਰਖ ਮਹਾਤਮਾ ਦੇ ਵਿੱਚ ਘਟਦਾ ਅੱਖਰ ਨਿਰੰਜਨ ਪੁਰਖ। ਫਿਰ ਇਸ ਤਰ੍ਹਾਂ ਲੱਛਣ ਕੀਤਾ ਜਾਣਾ ਸੀ ਕਿ ਬ੍ਰਹਮ ਦਾ ਤੇ ਘਟ ਗਿਆ ਮਹਾਤਮਾ ਵਿਖੇ, ਇਸ ਲਈ ਅਸੀਂ ਹਰ ਪੁਰਖ ਨਿਰੰਜਨ ਕਿਹਾ। ਸਤਿਗੁਰੂ ਮਹਾਰਾਜ ਕਿਉਂਕਿ ਸਿਆਣਿਆਂ ਦੇ ਵੀ ਸਿਆਣੇ ਨੇ। ਜਦੋਂ ਮਹਾਰਾਜ ਜੀ ਕੋਈ ਚੀਜ਼ ਉਚਾਰਨ ਕਰਦੇ ਨੇ ਤਾਂ ਉਹ, ਕਿਉਂਕਿ ਸਤਿਗੁਰੂ ਤਾਂ ਭੁੱਲਣਹਾਰ ਨਹੀਂ ਨਾ ਹਨ, ਮਨੁੱਖ ਭੁੱਲ ਜਾਂਦਾ। ਸਤਿਗੁਰੂ ਇਸ ਢੰਗ ਨਾਲ ਲਿਖਦੇ ਨੇ ਕਿ ਕਿਸੇ ਬੰਦੇ ਨੂੰ ਵਿੱਚ ਊਣਤਾ ਹੀ ਦੇਖਣ ਦਾ ਮੌਕਾ ਹੀ ਨਾ ਮਿਲੇ, ਕਿਉਂਕਿ ਸਤਿਗੁਰੂ ਪੂਰਨ ਨੇ। ਸੋ ਇਸ ਕਰਕੇ ਕਹਿੰਦੇ ਜੇ ਇਕੱਲਾ ਪੁਰਖ ਨਿਰੰਜਨ ਹੀ ਰਹਿਣ ਦਿੰਦੇ, ਨਿਰੰਜਨ ਪੁਰਖ ਤਾਂ ਮਹਾਤਮਾ 'ਚ ਹੀ ਘਟ ਜਾਂਦਾ। ਅਸੀਂ ਤਾਂ ਲੱਛਣ ਕੀਤਾ ਸੀ ਬ੍ਰਹਮ ਦਾ ਤੇ ਘਟ ਗਿਆ ਮਹਾਤਮਾ ਦੇ ਉੱਤੇ, ਇਸ ਲਈ ਅਸੀਂ ਕਹਿੰਦੇ ਹਰ ਪੁਰਖ ਨਿਰੰਜਨ ਕਿਹਾ। ਕਹਿੰਦੇ ਹਰ ਪੁਰਖ ਨਿਰੰਜਨ ਹੀ ਰਹਿਣ ਦਿੰਦੇ, ਹਰ ਆਗਮਾ ਕਿਉਂ ਕਿਹਾ?
ਇਹ ਵੀ ਸਾਨੂੰ ਕਿਰਪਾ ਕਰਕੇ ਸਮਝਾਓ। ਮਹਾਰਾਜ ਕਹਿਣ ਲੱਗੇ ਹਰ ਪੁਰਖ ਨਿਰੰਜਨ ਤਾਂ ਸ੍ਰੀ ਰਾਮਚੰਦਰ ਜੀ ਦਾ ਨਾਮ ਹੈ, ਤੁਹਾਨੂੰ ਪਤਾ ਕਹਿੰਦੇ। ਇਸ ਲਈ ਅਸੀਂ ਹਰ ਅਗਮਾ ਕਿਹਾ ਕਿ ਉਹ ਹਰੀ ਡਰ ਤੋਂ ਰਹਿਤ ਹੈ, ਕਿਉਂਕਿ ਜਿਸ ਵੇਲੇ ਰਾਮਚੰਦਰ ਜੀ ਬਨਵਾਸ ਹੋਏ ਸੀ ਤਾਂ ਲਛਮਣ ਧਨ ਕਮਾਨ ਲੈ ਕੇ ਖੜਾ ਰਹਿੰਦਾ ਸੀ ਪਹਿਰੇ ਤੇ, ਪਰ ਪ੍ਰਮਾਤਮਾ ਨੂੰ ਕਿਸੇ ਪਹਿਰੇ ਦੀ ਲੋੜ ਨਹੀਂ ਪੈਂਦੀ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਪ੍ਰਮਾਤਮਾ ਲਈ ਅਗਮ ਅੱਖਰ ਵਰਤਿਆ। ਫਿਰ ਬੇਨਤੀ ਕੀਤੀ ਹਰ ਆਗਮਾ, ਇਤਨਾ ਹੀ ਪਦ ਰਹਿਣ ਦਿੰਦੇ, ਅਗਮਾ ਪਾਰਾ ਕਿਉਂ ਕਿਹਾ? ਕਹਿੰਦੇ ਹਰ ਆਗਮਾ ਪਦ ਹਰਨਾਕਸ਼ 'ਚ ਘਟਦਾ, ਕਿਉਂਕਿ ਹਰਨਾਕਸ਼ ਡਰ ਤੋਂ ਰਹਿਤ ਹੋ ਗਿਆ। ਜਿਹਨੇ ਵਿਸ਼ਨਪੁਰੀ ਜਾ ਕੇ ਵਿਸ਼ਨੂੰ ਨੂੰ ਭਜਾ ਕੇ ਆਪਣਾ ਨਾਮ ਜਪਾਇਆ, ਜਲੇ ਹਰਨਾਕਸ਼ ਥਲੇ ਹਰਨਾਕਸ਼। ਸੋ ਇਸ ਤਰ੍ਹਾਂ ਹੈ ਪੀ ਹਰਨਾਕਸ਼, ਹੋਸੀ ਪੀ ਹਰਨਾਕਸ਼, ਉਹਨੇ ਤਾਂ ਆਪਣਾ ਹੀ ਜਾਪ ਕਰਾਤਾ ਸੀ। ਇਸ ਵਾਸਤੇ ਕਹਿੰਦੇ ਅਸੀਂ ਅਗਮ ਅਪਾਰਾ ਪਦ ਕਿਹਾ। ਉਹ ਪਰਮੇਸ਼ਰ ਜੋ ਅਗਮ ਸ਼ਾਸਤਰਾਂ ਕਰਕੇ ਅਪਾਰਾ ਬੇਅੰਤ ਹੈ। ਹੁਣ ਹਰਨਾਕਸ਼ 'ਚ ਇਹ ਚੀਜ਼ ਨਹੀਂ ਘਟਦੀ, ਕਿਉਂਕਿ ਉਹਦੇ ਜਸ ਨੂੰ ਸ਼ਾਸਤਰ ਕੋਈ ਨਹੀਂ ਕਥਨ ਕਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਅਸੀਂ ਇਸ ਤਰ੍ਹਾਂ ਦੇ ਅੱਖਰ ਵਰਤੇ ਨੇ। ਇਹਨੂੰ ਇੱਕ ਅੱਖਰ ਨੂੰ ਦੁਬਾਰਾ ਫਿਰ ਦੁਬਾਰਾ ਵਰਤਣ ਨੂੰ ਇਹਨੂੰ ਕਹਿੰਦੇ ਨੇ ਵੀਪਸਾ ਅਲੰਕਾਰ। ਵੀਪਸਾ ਅਲੰਕਾਰ ਦੇ ਸ਼ਬਦ ਮਹਾਰਾਜ ਨੇ ਕਈ ਵਾਰੀ ਵਰਤੇ ਨੇ। ਇਹਨਾਂ ਚੀਜ਼ਾਂ ਦੀ ਹੁਣ ਘਾਟ ਪਈ ਹੋਈ ਵਿਦਵਾਨਾਂ 'ਚ, ਛੱਡ ਛੁੱਟ ਕੇ ਸਾਰੀਆਂ ਗੱਲਾਂ। ਕਹਿੰਦੇ ਕੀ ਲੋੜ ਆ, ਸੰਗਤ ਨੂੰ ਤਾਂ ਆਪਾਂ ਐਵੇਂ ਗੱਲਾਂ ਗੁੱਲਾਂ 'ਚ ਇੱਧਰਲੇ ਉੱਧਰਲੇ ਸਾਖੀਆਂ 'ਚ ਉਲਝਾ ਕੇ ਮਾੜਾ ਮੋਟਾ ਪ੍ਰਚਾਰ ਜੀ ਕਰਨਾ ਹੁੰਦਾ। ਗੱਲ ਤਾਂ ਪੈਸਿਆਂ ਦੀ, ਪੈਸੇ ਮਿਲ ਹੀ ਜਾਂਦੇ। ਇਸ ਕਰਕੇ ਜੇ ਦਿਮਾਗ ਦਾ ਆਪਣਾ ਜ਼ੋਰ ਲਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਪਰ ਇਹ ਜੇ ਸਤਿਗੁਰੂ ਨੇ ਚੀਜ਼ਾਂ ਲਿਖੀਆਂ, ਉਹਨਾਂ ਦੀ ਵਿਚਾਰ ਜ਼ਰੂਰੀ ਹੈ। ਜੇ ਵਿਦਵਤਾ ਇਸ ਤਰ੍ਹਾਂ ਦੀ ਘਟਦੀ ਗਈ ਫਿਰ ਉਹ ਮਿਆਰ ਵੀ ਘਟ ਜਾਵੇਗਾ ਸਾਡੀ ਵਿਦਿਆ ਦਾ, ਸਾਡੇ ਗਿਆਨ ਦਾ। ਇਸ ਕਰਕੇ ਕੱਲ੍ਹ ਨੂੰ ਕੋਈ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਆ ਕਰਕੇ ਗੱਲ ਕਰੇ ਤਾਂ ਸਾਨੂੰ ਗਿਆਨ ਹੋਣਾ ਚਾਹੀਦਾ। ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਇਹ ਇੱਕ ਨੂੰ ਦੁਬਾਰਾ ਬੋਲਣਾ, ਇਹਨੂੰ ਵੀਪਸਾ ਅਲੰਕਾਰ ਕਿਹਾ। ਵੀਪਸਾ ਅਲੰਕਾਰ ਹੁੰਦਾ ਦੁਬਾਰਾ ਫਿਰ ਬੋਲਣਾ। ਇਹ ਆਨੰਦ ਸਾਹਿਬ ਦੇ ਵਿੱਚ ਵੀ ਜਾਂ ਕਈ ਥਾਈਂ ਹੋਰ ਵੀ ਆਇਆ। ਕਹਿੰਦੇ ਹੇ ਸਭ ਦੇ ਸਿਰਜਣ ਵਾਲੇ ਵਾਹਿਗੁਰੂ ਸੱਚੇ ਹਰੀ ਪ੍ਰਮਾਤਮਾ। ਸਾਰੇ ਪੁਰਸ਼ ਆਪ ਨੂੰ ਧਿਆਉਂਦੇ ਨੇ, ਸਾਰੇ ਪੁਰਸ਼ ਆਪ ਜੀ ਨੂੰ ਧਿਆਉਂਦੇ ਨੇ। ਪਿੱਛੇ ਵੀ ਧਿਆਉਂਦੇ ਸੀ, ਹੁਣ ਵੀ ਧਿਆਉਂਦੇ ਨੇ। ਹੁਣ ਵੀ ਸਾਰੇ ਪੁਰਸ਼ ਆਪ ਨੂੰ ਧਿਆਉਂਦੇ ਨੇ, ਅੱਗੇ ਵੀ ਸਾਰੇ ਪੁਰਸ਼ ਤੁਹਾਨੂੰ ਹੀ ਧਿਆਉਣਗੇ। ਮਨ ਕਰਕੇ ਵੀ ਸਾਰੇ ਧਿਆਉਂਦੇ ਨੇ, ਬਾਣੀ ਕਰਕੇ ਵੀ ਧਿਆਉਂਦੇ ਨੇ, ਸਰੀਰ ਕਰਕੇ ਵੀ ਧਿਆਉਂਦੇ ਨੇ। ਇਸ ਕਰਕੇ ਦੇਖਣਾ ਪੈਂਦਾ 2 ਵਾਰੀ ਕਿਉਂ ਲਿਖਿਆ, 3 ਵਾਰੀ ਕਿਉਂ ਲਿਖਿਆ, ਫਿਰ ਉਹਦਾ ਮਤਲਬ ਹੁੰਦਾ ਕੁਛ। ਜੇ 2 ਵਾਰ ਵੀ ਲਿਖਿਆ ਹੋਵੇ ਤਾਂ ਵੀ 3 ਵਾਰ ਜਾਣ ਲਈਦਾ, ਕਿਉਂਕਿ ਜਦੋਂ ਪੜ੍ਹਾਈ ਨੂੰ ਪੜ੍ਹਨ ਤੋਂ ਪਹਿਲਾਂ ਇਹਦੇ ਉੱਤੇ ਇੱਕ ਹੋਰ ਪੜ੍ਹਾਈ ਪੜ੍ਹਨੀ ਪੈਂਦੀ ਹੈ ਕਿ ਇਹ ਅੱਖਰ ਦੀ ਵਰਤੋਂ ਕਿਵੇਂ ਕਿਵੇਂ ਹੁੰਦੀ, ਕਿੱਥੇ ਕਿੱਥੇ ਕੀ ਲਾਉਣਾ। ਜੋ ਛੋਟੇ ਗ੍ਰੰਥ ਪਹਿਲਾਂ ਪੜ੍ਹੀ ਤੇ ਉਹਨਾਂ 'ਚ ਲਿਖਿਆ ਹੁੰਦਾ ਜਹ ਏਕ ਕੀ ਗਿਣਤੀ ਆਵੈ ਤਹ ਅਨੇਕ ਅਵਸ਼ ਰਹਾਵੈ। ਜਿੱਥੇ ਇੱਕ ਗਰੁੱਪ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਜਿੱਥੇ ਮਹਾਰਾਜ ਨੇ ਕਾਮ ਕ੍ਰੋਧ ਲਿਖਤਾ ਉੱਥੇ ਵੀ 5 ਹੀ ਆਉਣੇ, ਜਿੱਥੇ ਕਾਮ ਲਿਖਤਾ ਉੱਥੇ ਵੀ 5 ਹੀ ਆਉਣੇ, ਜਿੱਥੇ ਹੰਕਾਰ ਲਿਖਤਾ ਉੱਥੇ ਵੀ 5 ਹੀ ਆਉਣੇ ਆ। ਇੱਕ ਲਿਖ ਕੇ ਵੀ 5 ਨੂੰ ਦਿਖਾਉਂਦੇ ਨੇ, 2 ਲਿਖ ਕੇ ਵੀ 5 ਨੂੰ ਦਿਖਾਉਂਦੇ ਨੇ, 5 ਲਿਖ ਕੇ ਵੀ ਕਈ ਵਾਰ। ਜਿੰਨੀ ਕੁ ਪੰਕਤੀ 'ਚ ਲਿਖਣ ਦੀ ਥਾਂ ਉਸ ਇਸ਼ਾਰੇ ਮਾਤਰ ਵੀ ਹੁੰਦਾ, ਸਾਰਾ ਵੀ ਹੁੰਦਾ। ਸੋ ਇਸ ਕਰਕੇ ਸਾਰਿਆਂ ਨੇ ਤੁਹਾਨੂੰ ਧਿਆਇਆ ਹੈ। ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਇਹ ਮਹਾਰਾਜ ਸਾਰੇ ਜੀਵ ਆਪ ਦੇ ਦਾਸ ਨੇ, ਤੁਸੀਂ ਸਾਰਿਆਂ ਦੇ ਦਾਤੇ ਹੋ। ਜੀਅ ਬਿਹਾਰੀ ਲੱਗੀ ਜੱਜੇ ਨੂੰ ਐੜਾ ਮੁਕਤਾ, ਸਭ ਜੀਅ ਤੁਮਾਰੇ ਜੀ। ਦੂਜਾ ਜੱਜਾ ਇਕੱਲਾ ਹੀ ਆ। ਤੂੰ ਜੀਆਂ ਕਾ ਦਾਤਾਰਾ। ਬਹੁਤ ਵਿਸਥਾਰ ਨਾਲ ਬਾਣੀ ਦੀ ਸੰਥਿਆ ਪਹਿਲਾਂ ਕਰਨ ਤੋਂ ਬਾਅਦ ਬੜੀਆਂ ਚੀਜ਼ਾਂ ਹੁੰਦੀਆਂ ਬਰੀਕੀ ਦੀਆਂ। ਹਰ ਕੋਈ ਕਹਿੰਦਾ ਮੈਂ ਸੰਥਿਆ ਕਰ ਵੀ ਲਈ, ਭਾਵੇਂ ਸੰਥਿਆ ਕਰ ਵੀ ਲਈ ਹੋਵੇ ਤਾਂ ਵੀ ਬਹੁਤ ਗਲਤੀਆਂ ਹੁੰਦੀਆਂ ਫੇਰ ਵੀ, ਕਿਉਂਕਿ ਸੰਥਿਆ ਤੋਂ ਬਾਅਦ ਜਦ ਕਥਾ ਸਿੱਖਦੇ ਹਾਂ ਤਾਂ ਪਤਾ ਲੱਗਦਾ, ਫੇਰ ਬਹੁਤ ਗਲਤੀਆਂ ਨਿਕਲਦੀਆਂ। ਕਥਾ ਵਿੱਚ ਅਸਲ ਸੰਥਿਆ ਹੁੰਦੀ ਜਾ ਕੇ ਫਿਰ, ਕਿਉਂਕਿ ਉਦੋਂ ਅਰਥਾਂ ਦਾ ਜੀਵ ਨੂੰ ਗਿਆਨ ਹੋ ਜਾਂਦਾ, ਜਦੋਂ ਫੇਰ ਪਤਾ ਲੱਗਦਾ ਕਿ ਇਹ ਅੱਖਰ ਨੂੰ ਕਿਵੇਂ ਬੋਲਣਾ, ਆਹ ਅੱਖਰ ਦਾ ਭਾਵ ਕੀ ਹੈ। ਪਾਠੀ ਨੇ ਸੰਥਿਆ ਉਹ ਕਰਨੀ ਜਿਹੜੀ ਸਿੱਖੀ ਹੈ, ਕਥਾਵਾਚਕ ਨੇ ਸੰਥਿਆ ਉਹ ਕਰਾਉਣੀ ਜਿਹੜੀ ਅਰਥਾਂ ਦੇ ਹਿਸਾਬ ਨਾਲ ਹੁੰਦੀ। ਇਸੇ ਕਰਕੇ ਆਪਸ ਵਿੱਚ ਥੋੜਾ ਜਿਹਾ ਦੋਨਾਂ ਦਾ
कई बार हो जाता कि आ मैं सिੱਖਿਆ, सो किसी ने कितों सिੱਖਿਆ, किसी ने कितों सिੱਖਿਆ। पर रहो विचार ये गल नूं इत्थे छड्ड दईए। महाराज सच्चे पातशाह कहने हर जी माता, हर जी पिता, हर जी प्रतिपालक, हर जी मेरी सार करे, हम हर के बालक। महाराज सच्चे पातशाह कहने इस करके वो सारे जीआं दा दाता है। किवें दाता जी कहने सहजे सहज खिलाएंदा नहीं करदा आलक। जिवें मां बच्चे नूं खिलाउंदी रहिंदी वे, ये नहीं कहंदी हुण मेरे गाली पै गया है, 24 घंटे ही गोदी चुक्की रखदी, निक्के जे नियाणे नूं संभालदी करदी, बस मां नूं आहार ही ये मेरा पुੱਤ मेरा बच्चा। मां कदे भी नहीं अड़कत मंनदी भी कित्थों गल पै गया। परमात्मा ने भी सानूं पैदा कीता, सहजे सहज सानूं खिलाउंदे ने। कदे अनेकां गलतियां दिहाड़ी दियां हुंदियां, रात नूं गलतियां, दिने गलतियां, 100 लामे दिने के राती मिलन सहंस। इस करके साडे ते लामे बथेरे जांदे रब नूं भी ये बंदे तेरे कहे जे ने। फिर भी वो परमात्मा कहने चल कोई नहीं, नियाणे ਇਹਦੇ ਕਿਹੜਾ ਬਸ ਹੈ ਵਿਚਾਰੇ ਦੇ, ਜਿਹਾ ਜਿਹਾ ਲੇਖ ਲਿਖਿਆ ਇਹਨੇ ਹਜੇ ਕਰਨਾ। ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ। ਕੋਈ ਸਾਡੇ ਔਗਣ ਨਹੀਂ ਚਿਤਾਰਦੇ, ਗਲ ਨਾਲ ਲਾਉਂਦੇ ਨੇ, ਜੋ ਮੂੰਹ ਚੋਂ ਮੰਗਦੇ ਦਿੰਦੇ ਨੇ। ਜਦ ਬਹੁਤ ਵਿਗੜ ਜਾਂਦਾ ਕੰਮ ਤਾਂ ਕਿਤੇ ਪਿਤਾ ਨੂੰ ਗੁੱਸਾ ਆਉਂਦਾ ਫਿਰ ਇਸ ਗੱਲ ਦਾ ਵੀ सब कुछ खाई पी जाते ने, मेरा नाम ही नहीं लेंदे। फिर कदे कदे ऐसा भी मन च आ जाता है, पिता रूप होण करके, माता रूप होण करके औगण नहीं चितारदे साडे। तां सतगुरु महाराज चौथे पातशाह कहंदे भी गुरमुखो ध्याया करो नूं, हर ध्यावो संत हो जी, सब दुख विसारण हारा। गुरमुखो प्यारिओ साध संगत वाहिगुरु वाहिगुरु ध्याया करो। कहने किवें ध्याईए जी? कहने संतां महात्मा नाल मिल के ਜਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਨਾਮ ਜਪਣ ਵਾਲੇ ਨੇ। ਕਹਿੰਦੇ ਜੀ ਨਾ ਤਾਂ ਕੋਈ ਗੁਰਮੁਖ ਪਿਆਰਾ ਦੀਦਾ ਮਿਲਿਆ ਨਹੀਂ ਕੋਈ, ਨਾ ਸੰਤ ਮਹਾਤਮਾ ਹੁਣ ਕੋਈ ਪੂਰਨ ਦੀਂਦਾ। ਜੇ ਐਸਾ ਕੋਈ ਕਹੇ, ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ, ਫਿਰ ਇਹਨਾਂ ਦੇ ਕੋਲ ਬਹਿ ਕੇ ਧਿਆਇਆ ਕਰੋ, ਬਹਾਨੇਬਾਜ਼ੀ ਨਾ ਕਰੋ ਕਿ ਕਿਹਦੇ ਨਾਲ ਮਿਲ ਕੇ ਧਿਆਈਏ। ਨਿਰੰਕਾਰ ਜਾਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਜਾਣ ਕੇ ਇਹਨਾਂ ਨੂੰ ਧਿਆਉਣਾ, ਕੋਲ ਬਹਿ ਕੇ ਧਿਆਓ। ਜਿਹੜੀ ਬਾਣੀ ਪੜ੍ਹਨੀ ਹੈ ਇਹ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਕੇ ਹੀ ਜਪਣਾ ਹੁੰਦਾ। ਕੋਈ ਪੰਕਤੀ ਐਸੀ ਨਹੀਂ ਜਿਹਦੇ ਨਾਲ ਨਾਮ ਨਾ ਜਪਿਆ ਜਾ ਸਕੇ। ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨਾਮ ਜਪਾਉਣੇ ਨਾਲ, ਗੁਰਬਾਣੀ ਦੀ ਕੋਈ ਤੁਕ ਪੜ੍ਹ ਕੇ ਵੀ ਵਾਹਿਗੁਰੂ ਕਹਿ ਦਿਓ, ਨਾਲ ਹੀ ਜੁੜ ਜਾਣੀ ਹੈ। ਕਹਿੰਦੇ ਜੋ ਵਾਹਿਗੁਰੂ ਸਾਰਿਆਂ ਦੁੱਖਾਂ ਦੇ ਵਿਸਾਰਨ ਵਾਲਾ, ਦੂਰ ਕਰਨ ਵਾਲਾ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਧਿਆਓ ਭਾਈ ਸਾਰੇ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਵਾਹਿਗੁਰੂ ਕਹਿੰਦੇ ਨੇ ਬਈ ਸੱਚਮੁੱਚ ਵਾਹਿਗੁਰੂ ਆਪ ਹੀ ਸਾਰਿਆਂ ਦਾ ਸੁਆਮੀ ਮਾਲਕ ਹੈ। ਫਿਰ ਕਹਿੰਦੇ ਨੇ ਬਈ ਸਾਰਿਆਂ ਦਾ ਮਾਲਕ ਆਪ ਹੀ ਹੈ ਅਤੇ ਆਪ ਹੀ ਸੇਵਕ। ਮਹਾਰਾਜ ਕਥਨ ਕਰਦੇ ਨੇ ਵਿਚਾਰਾ ਜੀ ਕੀ ਚੀਜ਼ ਹੈ, ਭਾਵ ਤੁਛ ਵੀ ਨਹੀਂ। ਜੀਵ ਦੀ ਹਸਤੀ ਕੀ ਹੈ ਜੋ ਉਹਦੇ ਸਾਰੇ ਗੁਣ ਕਹਿ ਸਕੇ। ਕਿਆ ਨਾਨਕ ਜੰਤ ਵਿਚਾਰਾ, ਆਪੇ ਹੀ ਠਾਕੁਰ ਆ, ਆਪੇ ਹੀ ਸੇਵਕ ਹੈ। ਕਿਉਂਕਿ ਠਾਕੁਰ ਵੀ ਉਸੇ ਜੋਤ ਵਿੱਚ ਹੈ ਅਤੇ ਸੇਵਕ ਵਿੱਚ ਵੀ ਉਹੀ ਜੋਤ ਹੈ। ਇੱਕ ਤਾਂ ਇਹ ਗੱਲ ਹੋ ਗਈ ਸਾਰਿਆਂ 'ਚ। ਇੱਕ ਗੁਰਾਂ ਦੀਆਂ ਗੁਪਤ ਚੀਜ਼ਾਂ ਨੇ। ਸਤਿਗੁਰੂ ਮਹਾਰਾਜ ਜਿੱਥੇ ਸਤਿਗੁਰੂ ਨੇ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਇੱਕ ਉੱਚ ਕੋਟੀ ਦੇ ਸਭ ਤੋਂ ਉੱਚੇ ਸਿੱਖ ਵੀ ਨੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਕੀ ਸਾਰੇ ਸਰੂਪ ਜਿਹੜੇ ਨੇ, ਉਹ ਜਿੱਥੇ ਗੁਰੂ ਨੇ ਉੱਥੇ ਸਿੱਖ ਵੀ ਬਣ ਕੇ ਦਿਖਾਉਂਦੇ ਨੇ। ਜਿੱਥੇ ਸਤਿਗੁਰੂ ਨੇ ਸਾਨੂੰ ਸੇਵਾ ਨੂੰ ਕਿਹਾ, ਇਕੱਲੇ ਸਾਨੂੰ ਨਹੀਂ ਕਿਹਾ, ਆਪ ਵੀ ਸੇਵਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਾਂ ਨੂੰ ਮਹਾਰਾਜ ਬਹੁਤ ਵੱਡੇ ਆ, ਪਰ ਜਿੰਨੇ ਮਹਾਰਾਜ ਵੱਡੇ ਨੇ ਉਨੇ ਹੀ ਸੱਚੇ ਪਾਤਸ਼ਾਹ ਨਿਮਰਤਾ ਵਾਲੇ ਨੇ। ਜੇ ਉਹਦੇ ਬਾਰੇ ਵਿਚਾਰ ਕੇ ਦੇਖੀਏ ਕਿ ਉਹ ਪ੍ਰਮਾਤਮਾ ਕੋਟ ਬ੍ਰਹਮੰਡ ਕੋ ਠਾकुर स्वामी सर्व जीआं का दाता रे, जो ਤੁਹਾਡੇ ਕੋਲ ਆ ਕੇ ਬਹਿ ਜੇ ਤੇ ਤੁਹਾਨੂੰ ਇਉਂ ਪ੍ਰਤੀਤ ਹੋਊਗਾ ਵੀ ਇਹ ਮੇਰਾ ਹੀ ਹੈ। ਉਹ ਤੁਹਾਡੀ ਹੀ ਸੇਵਾ ਕਰਨ ਲੱਗ ਜਾਂਦਾ ਆ ਕੇ। ਪ੍ਰਮਾਤਮਾ ਨੂੰ ਇਹ ਨਹੀਂ ਹੈ ਵੀ ਮੈਂ ਵੱਡਾ। ਉਹ ਤਾਂ ਜੇ ਦੇਖੇ ਮੇਰਾ ਸਿੱਖ ਬੈਠਾ,
सिख नूं पानी का गिलास भी फड़ाउण लग जांदा, प्रसादा भी वरताउण लग जांदा संगत च आ के, गुप्त रूप च आपे ही सेवा करी जांदा, क्योंकि ਉਹਦਾ अपना है सारा संसार, अपना घर, अपनी संगत है ਉਹਦੀ। सतगुरु जी तो हुण भी गुरु ग्रंथ साहिब की आप सेवा करते हैं, प्रकाश भी आप करते हैं, सुखासन भी आप करते हैं, क्योंकि वो तो जिम्मेवार ने, अपनी तो कोई जिम्मेवारी ना है। जब आनंद साहब का पाठ होंदा किसी थां संगत उठ के चली जाती सारी, ग्रंथी रह गया, 10 बंदे रह गए, होर 5-4, सुखासन किहने करना। महाराज कहते मैं तो मत्था टेकिया हजूर साहब, मैं गुरु मन्निया गुरु ग्रंथ साहिब जी नूं, मैं तो सुखासन करूंगा ना। सतगुरु सुखासन वेले आप हाजिर हो जाते, शहीद सिंह आप खड़ जाते आके, उन्होंने तो पता ना गुरु ग्रंथ साहिब कौन, आपां नूं तो पता ही नहीं कौन ने। भज जाते सारे जाने महाराज की हजूरी चों हर वक्त। कित्थे चले बई, कहते रोजी रोटी नहीं कमाउणी, रोजी दे मालक नूं छड्ड के रोजी रोटी कमाउण दी बंदे नूं भज दौड़ पई होई है। जे सतगुरु चाहण, जे गुरां दी सेवा करिए, सतगुरु सब कुछ आपे ही दे दिंदे आ। सो इस करके जे हाजर नाजर जान के, जागदी जोत जान के, किते भी घरां विच भी जिथे किते प्रकाश है, गुरु घरां विच भी प्रकाश है, वो भावना रख के जे सेवा करिए भी निरंकार परमात्मा मिल गया, मैनूं ਲੱਭਣ जाण दी लोड़ नहीं है परमात्मा नूं। इस करके सतगुरु महाराज सच्चे पातशाह कहते ने, तू घट घट अंतर सर्ब निरंतर जी, हर एको पुरख समाना। हे वाहिगुरू जी, एक तू ही पुरख है जो सारियां घटां दे अंदर, दिलां दिलां दे विच, हर थां दे घटां विच ते घाटां विच, पहाड़ियां विच ते समुद्रां विच, जले हैं थले हैं, अपीत हैं अपेय हैं, प्रभु है अजू हैं, आदेश हैं अपेश हैं, जले हरि थले हरि, उबे हरि नबे हरि। सारियां थावां ते जलस तुही, थलस तुही, नदिस तुही, नदस तुही, तुही 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 तुही। महाराज कहते तू ही है सारियां थावां ते, सारियां घटां दे अंदर निरंतर हुंदा एक रस लगातार समाउण वाला, कदे घटदी नहीं जोत तेरी। दुनिया नहीं सी तां जोत उसे तरह ही सी, दुनिया बन गई तां जोत उसे तरह ही है, दुनिया खत्म हो जाएगी तां जोत उसे तरह ही रहेगी। वो जोत नहीं घटदी वधदी। इहदे च कई बार दुनिया बनी, कई बार आई, कई बार गई। एक दाते एक पेखारी जी, सब तेरे चोज विडाणा। हे वाहिगुरू जी, एक तो दाते बनाए ने तुसीं, एक भेखारी भब्बे नूं लां लगी हुई है, एक भेखारी भब्बे दी लां नाल हुंदे ने, एक सिहारी भी लग जाती है, सो भिखारी भी लिखिया हुंदा। इस करके एक भेखारी हुंदा मंगते बनाया, अर्थ उही है। ये सारे तुहाडे आश्चर्य कौतक ने कि एक बंदा दाता बनाता, उन्होंने ज्यादा पैसे ज्यादा समान देता, तू वंडी जा। एक नूं मंगता बनाता, तेरे पल्ले कख नहीं। एक वो बनाते तुसीं जिन्हां नूं बहुत पैसा दिता, वो सूम जे बनाते, वो किसी नूं दिंदे ही नहीं, पैसा दब के ही चढ़ाई कर जाते ने, बाद च ही मिलदा। ये भी सारे तेरे कौतक ने। तेरे चोज ना जाना कोई, तू पूरा पुरख विधाता, तू आपे दाता आपे भुगता जी, हौं तुध बिन अवर ना जाना। हे वाहिगुरू जी, तुसीं आप ही दाते हो, आप ही पदार्थां दे भोगण वाले हो, तेरे तो बिना मैं होर तो किसी नूं जाणदा ही नहीं। अवस्था, ये अवस्था दी पंक्ति है। जदों सारियां विच जोत दिखण लग जांदी, सारियां विच परमात्मा दिखण लग जांदे ने, जदों ਇਹ अवस्था जी एक बन जाती है, दूजा नज़र ही नहीं आता कोई। ये ਸਿੰਘਾਂ ਦੀ अवस्था कई ਥਾਈਂ बनी देखी है। इत्थों एक ਸਿੰਘ जिवें गया सी मिलण, वो कहंदा ऐसी अवस्था बन गई मैनूं सारियां च ही दिखदी जोत। कहंदा हुण की करा। मैं कहा वो जे काम करना वो तो करना ही पैना। टैक्सी चलाउंदा, कहंदा कालियां च भी गोरियां च भी, सारियां सिखां च भी, पशुआं च भी, पंछियां च भी। कहना जदों आउंदा कहना मैनूं दिखदी हुंदी आ जोत, इहदे च भी है इहदे च भी है। कहना मैं हुण पैसे की तो लवां, सारियां च तो आप बैठा, पर रोजी रोटी वास्ते करना पैंदा। सो इस करके जदों ये अवस्था बन जाती, मन की एक स्टेज बन जाती, जदों अंदरली अवस्था खुलदी है,
कोई दूजा नज़र नहीं आउंदा, सारिਆਂ ਵਿੱਚ ਉਹ ਆਪ ਹੀ ਬੈਠਾ ਨਜ਼ਰ ਆਉਂਦਾ। ਆਪ ਹੀ ਦਾਤਾ ਹੈ, ਆਪ ਹੀ ਪਦਾਰਥਾਂ ਦੇ ਖਾਣ ਵਾਲਾ ਬਣਿਆ ਬੈਠਾ ਹੈ। ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਵਾਵੇ ਨੂੰ ਬੋਲਣਾ ਸੀ ਵਖਾਣਾ, ਤੋ ਇਸ ਕਰਕੇ ਤੇਰੇ ਕਿਆ ਗੁਣ ਆਖ ਵਖਾਣਾ। ਇਹ ਪਾਰ ਬ੍ਰਹਮ ਪਰਮੇਸ਼ਰ ਦੀ ਤੁਸੀਂ ਬੇਅੰਤ ਹੋ ਜੀ, ਬੇਅੰਤ ਹੋ, ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਬੇਅੰਤ ਹੀ ਹੋਣਾ। ਮਨ ਬਾਣੀ ਸਰੀਰ ਕਰਕੇ ਬੇਅੰਤ ਹੋ। ਇਹ ਵਾਹਿਗੁਰੂ ਜੀ ਤੁਸੀਂ ਬੇਅੰਤ ਹੋ ਤੇ ਤੁਹਾਡੇ ਗੁਣ ਵੀ ਬੇਅੰਤ ਹੀ ਨੇ, ਬੇਅੰਤ ਹੀ ਨੇ। ਇਹ ਬੇਅੰਤ ਗੁਣਾਂ ਵਾਲੇ ਵਾਹਿਗੁਰੂ ਤੇਰੇ ਵਿਖੇ ਜਿਹੜੇ ਬੇਅੰਤ ਗੁਣ ਨੇ, ਇਹਨਾਂ ਦਾ ਵਰਣਨ ਮੈਂ ਕੀ ਕਰ ਸਕਦਾ, ਇਹਨਾਂ ਦਾ ਵਰਣਨ ਕਿੱਦਾਂ ਕਰ ਸਕਦਾ? ਕਿਉਂਕਿ ਜਿਹੜੇ ਬੇਅੰਤ ਗੁਣ ਨੇ ਉਹਨਾਂ ਦਾ ਤੁਸੀਂ ਹੀ ਵਰਣਨ ਕਰ ਸਕਦੇ ਹੋ। ਮਹਾਰਾਜ ਜੀ ਬਚਨ ਕਰਦੇ ਨੇ ਆਪ ਹੀ ਪਹਿਲੇ ਪਾਤਸ਼ਾਹ ਮਾਰੂ ਰਾਗ 'ਚ, ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ, ਜਤੀ ਸਤੀ ਕੇਤੇ ਬਨਵਾਸੀ, ਅੰਤ ਨਾ ਕੋਈ ਪਾਏਂਦਾ। ਇਹ ਜਦੋਂ ਪ੍ਰਵੇਸ਼ ਕਰਦੇ ਆ ਉਦੋਂ ਪਤਾ ਲੱਗਦਾ। ਸਮੁੰਦਰ ਦੇ ਕਿਨਾਰੇ ਖੜ ਕੇ ਕੋਈ ਨਿਆਣਾ ਕਹੇ ਲੈ ਮੈਂ ਸਮੁੰਦਰ ਨੂੰ ਹਾਂ ਹੁਣੇ ਪਾਰ ਕਰ ਜਾਵਾਂ, ਮੈਂ ਦਾ ਹੁਣੇ ਕਰ ਲਵਾਂ, ਉਹ ਫੌੜ ਫੜੱਕਾ ਹੀ ਹੁੰਦਾ। ਐਵੇਂ ਨਿਆਣੇ ਨੂੰ ਕੀ ਪਤਾ ਕਿੱਡਾ ਵੱਡਾ, ਉਹਦੇ ਭਾਣੇ ਤਾਂ ਜਿੱਥੇ ਤੱਕ ਉਹ ਹੱਦਬੰਦੀ ਜਿੰਨੀ ਦੀ ਹੈ ਇੱਥੇ ਤੱਕ ਹੀ। ਪਰ ਜੇ ਕਿਤੇ ਗਲਤੀ ਨਾਲ ਸਮੁੰਦਰ 'ਚ ਵੜ ਜੇ ਕੋਈ, ਫੇਰ ਪਤਾ ਲੱਗਦਾ ਇਹ ਤਾਂ ਬਹੁਤ ਵੱਡਾ ਹੈ, ਤਾਂ ਪਿੱਛੇ ਨਹੀਂ ਮੁੜਨਾ ਪੈਂਦਾ। ਇਸ ਕਰਕੇ ਪ੍ਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਜੇ ਕੋਈ ਕਹੇ ਮੈਂ ਅੰਤ ਪਾ ਲਵਾਂਗਾ, ਬੇਅੰਤ ਕਹਿ ਕੇ ਪਿੱਛਾ ਛਡਾਉਂਦਾ। ਜੋ ਸੇਵਾ ਹੈ ਤੁਧ ਜੀ, ਜਾਨ ਨਾਨਕ ਤਿਨ ਕੁਰਬਾਨਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਦੀ ਸੇਵਾ ਕਰਦੇ ਨੇ, ਜੋ ਆਪ ਦੀ ਸੇਵਾ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਕਿੰਨੀ ਵੱਡੀ ਉਹਨਾਂ ਦੀ ਕਿਸਮਤ ਆ ਜਿਹੜੇ ਆਪ ਦੀ ਸੇਵਾ ਕਰਦੇ ਨੇ, ਕਿੰਨੇ ਭਾਗਾਂ ਵਾਲੇ ਨੇ ਉਹ ਜਿਹੜੇ ਪਿੱਛੇ ਵੀ ਸੇਵਾ ਕੀਤੀ, ਜਿਨ੍ਹਾਂ ਨੇ ਹੁਣ ਵੀ ਕਰਦੇ, ਅੱਗੇ ਨੂੰ ਕਰਨਗੇ, ਮਨ ਬਾਣੀ ਸਰੀਰ ਕਰਕੇ ਕਰਦੇ ਸੇਵਾ। ਇਹ ਵਾਹਿਗੁਰੂ ਜਿਹੜੇ ਤੇਰੀ ਸੇਵਾ ਕਰਦੇ, ਮੈਂ ਕੁਰਬਾਨ ਜਾਵਾਂ ਉਹਨਾਂ ਤੋਂ। ਪ੍ਰਕਾਸ਼ ਕਰਨਾ, ਸਾਰਾ ਦਿਨ ਸੇਵਾ ਕਰਨੀ, ਚੌਰ ਕਰਨਾ, ਸੁਖਾਸਨ ਕਰਨਾ, ਫਿਰ ਸੇਵਾ ਹੁੰਦਾ ਸਿਮਰਨ ਕਰਨਾ, ਕੀਰਤਨ ਕਰਨਾ, ਕਥਾ ਕਰਨੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਦੁਨੀਆ ਦੀ ਸੇਵਾ 'ਚ ਤਾਂ ਬਥੇਰੇ ਲੱਗੇ, ਨਿਆਣੇ ਪਾਲ ਲਏ, ਘਰ ਦੇ ਕੰਮਾਂ ਦੀ ਸੇਵਾ ਕਰ ਲਈ ਜੀ, ਘਰ ਦੀ ਸੇਵਾ, ਉਹਦੀ ਸੇਵਾ, ਇਹਦੀ ਸੇਵਾ। ਮਹਾਰਾਜ ਕਹਿੰਦੇ ਮਨੁੱਖ ਦੀ ਸੇਵਾ ਕਿੰਨਾ ਕੀ ਦਓਗੇ ਮਨੁੱਖ ਦੀ ਸੇਵਾ? ਠੀਕ ਹੈ, ਇੱਕ ਫਰਜ਼ ਹੈ, ਪਰ ਇੱਥੇ ਤੱਕ ਸੀਮਤ ਨਹੀਂ ਕਿ ਮਨੁੱਖ ਇਕੱਲੇ ਦੀ ਮੈਂ ਸੇਵਾ ਕਰ ਲਈ। ਮਾਂ ਬਾਪ ਦੀ ਸੇਵਾ ਤਾਂ ਸਾਡਾ ਫਰਜ਼ ਹੀ ਹੈ। ਪਰ ਸਤਿਗੁਰੂ ਕਹਿੰਦੇ ਜਿਹਨੇ ਤੁਹਾਡੇ ਮਾਤਾ ਪਿਤਾ ਦਾ ਵੀ ਪਰਲੋਕ ਸਵਾਰਨਾ, ਤੁਹਾਡਾ ਵੀ ਸਵਾਰਨਾ, ਤੁਹਾਡੇ ਬੱਚਿਆਂ ਦਾ ਵੀ ਸਵਾਰਨਾ, ਉਹ ਬਾਪੂ ਸਭ ਤੋਂ ਵੱਡਾ। ਹਰ ਜੀ ਮਾਤਾ, ਹਰ ਜੀ ਪਿਤਾ, ਉਹਦੀ ਸੇਵਾ ਕਿਹਨੇ ਕਰਨੀ ਹੈ? ਉਹਦੀ ਸੇਵਾ ਕੀ ਕਰੀਏ ਜੀ? ਮਹਾਰਾਜ ਕਹਿੰਦੇ ਉਹ ਸ਼ਬਦ ਰੂਪ ਹੈ, ਤੇ ਸ਼ਬਦ ਦੀ ਸੇਵਾ ਸ਼ਬਦ ਨਾਲ। ਸੋ ਜਿਵੇਂ ਆਪਾਂ ਕਿਸੇ ਨੂੰ ਦੇਖੀਏ ਵੀ ਗੁਰੂ ਘਰ 'ਚ ਕੋਈ ਸੇਵਾ, ਹੁਣ ਜਿਹੜੇ ਬੰਦੇ ਨੂੰ ਕੁਛ ਵੀ ਨਹੀਂ ਆਉਂਦਾ ਉਹਨੂੰ ਕਹੇ ਤੂੰ ਲੰਗਰ ਵਰਤਾ ਸ਼ਾਬਾਸ਼। ਹੁਣ ਇੱਕ ਬੰਦਾ ਉਹਨੂੰ ਬਿਜਲੀ ਦਾ ਕੰਮ ਆਉਂਦਾ, ਤੂੰ ਵੀ ਆ ਸਾਰੀ ਬਿਜਲੀ ਦੀਆਂ ਤਾਰਾਂ ਠੀਕ ਕਰਨੀਆਂ। ਇੱਕ ਬੰਦੇ ਨੂੰ ਮਾਈਕ ਠੀਕ ਕਰਨ ਆਉਂਦੇ ਨੇ, ਕਿਸੇ ਨੂੰ ਆਹ ਕੰਮ ਆਉਂਦਾ। ਜਿਹਾ ਜਿਹਾ ਕਿਸੇ ਨੂੰ ਕੰਮ ਆਉਂਦਾ ਉਹ ਇਹੋ ਜਿਹਾ ਕਰੀ ਜਾਂਦਾ। ਜੇ ਕੋਈ ਰਾਗੀ ਸਿੰਘ ਆ ਗਏ, ਆਓ ਜੀ ਭਾਈ ਸਾਹਿਬ ਤੁਸੀਂ ਸਟੇਜ ਤੇ ਕੀਰਤਨ ਕਰੋ ਜੀ, ਸ਼ਬਦ ਦੀ ਸੇਵਾ ਕਰੋ ਜੀ। ਪਾਠੀ ਸਿੰਘ ਤੋਂ ਪਾਠ ਕਰਾਉਂਦੇ ਆ। ਇਹ ਅਲੱਗ-ਅਲੱਗ ਸੇਵਾਵਾਂ। ਮਹਾਰਾਜ ਅਸੀਂ ਫਿਰ ਉਹਦੀ ਸੇਵਾ ਕਿਵੇਂ ਕਰੀਏ? ਕਹਿੰਦੇ ਉਹ ਸ਼ਬਦ ਰੂਪ ਹੈ, ਉਹਦੀ ਸੇਵਾ ਸ਼ਬਦ ਨਾਲ ਕਰੋ। ਵਾਹਿਗੁਰੂ 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 ਵਾਹਿਗੁਰੂ, ਇਹੀ ਉਹਦੀ ਸੇਵਾ। ਬਾਣੀ ਪੜ੍ਹਨੀ ਉਹਦੀ ਸੇਵਾ। ਨਹੀਂ ਨਾ ਪਤਾ ਇਹਨਾਂ ਗੱਲਾਂ ਦਾ ਕਿ ਬਾਣੀ ਪੜ੍ਹਨੀ ਕਿਵੇਂ ਸੇਵਾ ਹੋਈ, ਕਿਉਂਕਿ ਸਤਿਗੁਰੂ ਬਾਣੀ ਪੜ੍ਹਨ ਤੇ ਬਹੁਤ ਖੁਸ਼ ਹੁੰਦੇ ਨੇ। ਬਹੁਤ ਕੁਛ ਹੁੰਦਾ, ਇੰਨਾ ਕੁਛ ਵੀ ਸਾਡਾ ਦਿਮਾਗ ਇੰਨਾ ਸਮਝਾ ਵੀ ਨਹੀਂ ਸਕਦਾ, ਹੁੰਦਾ ਬਹੁਤ ਕੁਛ ਹੈ। ਤਾਈਓ ਮਹਾਰਾਜ ਕਹਿੰਦੇ ਨਾਨਕ ਆਪਣਾ ਕਰੜਾ ਸਾਰ, ਬਹੁਤ ਕੁਛ ਹੋ ਜਾਂਦਾ ਬਾਣੀ ਦੇ ਪੜ੍ਹਨ ਨਾਲ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਗੁਰਬਾਣੀ ਦੇ ਰਾਹੀਂ ਸੇਵਾ ਕਰੋ, ਸਿਮਰਨ ਦੇ ਨਾਲ ਸੇਵਾ ਕਰੋ, ਮੂਲ ਮੰਤਰ ਦਾ ਅਭਿਆਸ ਕਰੀ ਜਾਓ।